ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਐਸਕੇ ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੀ, ਜਿਹੜਾ ਕਿ ਹੈਗਾ 7ਵੀਂ ਕਲਾਸ ਦੇ ਨਾਲ ਸੰਬੰਧਿਤ। ਤੇ ਇਸ ਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਖੇਤਰੀ ਸੱਭਿਆਚਾਰ ਦਾ ਵਿਕਾਸ। ਇਹਦੇ ਵਿੱਚ ਆਪਾਂ ਦੇਖਣਾ ਹੈਗਾ ਭਾਸ਼ਾ, ਸਾਹਿਤ, ਚਿੱਤਰਕਲਾ ਤੇ ਸੰਗੀਤ ਜਿਹੜਾ ਹੈਗਾ ਉਸ ਦਾ 800 ਤੋਂ 1200 ਈਸਵੀ ਤੱਕ ਜਿਹੜਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈਗਾ ਉਹਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਹੈ ਭਾਸ਼ਾ ਦੇ ਬਾਰੇ ਵਿੱਚ। ਭਾਸ਼ਾ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਉੱਤਰੀ ਭਾਰਤ ਦੇ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ, ਤੇ ਇਸ ਤੋਂ ਅੱਗੇ ਆਪਾਂ ਦੇਖਾਂਗੇ ਦੱਖਣੀ ਭਾਰਤ ਦੇ ਵਿੱਚ। ਉੱਤਰੀ ਭਾਰਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉੱਤਰੀ ਭਾਰਤ ਦੇ ਵਿੱਚ ਗੁਜਰਾਤੀ, ਬੰਗਾਲੀ, ਮਰਾਠੀ ਜਿਹੜੀਆਂ ਭਾਸ਼ਾਵਾਂ ਹੈਗੀਆਂ ਨੇ, ਇਹਨਾਂ ਦਾ ਵਿਕਾਸ ਹੁੰਦਾ ਹੈਗਾ ਤੇ ਇਸ ਦੇ ਵਿਕਾਸ ਦੀ ਗਤੀ ਜਿਹੜੀ ਆ ਹੋਰ ਵੀ ਤੇਜ਼ ਹੋ ਗਈ ਸੀ ਜਦੋਂ ਭਾਰਤ ਦੇ ਵਿੱਚ ਭਗਤੀ ਲਹਿਰ ਦੇ ਸੰਤ ਜਿਹੜੇ ਹੈਗੇ ਨੇ ਉਹਨਾਂ ਨੇ ਖੇਤਰੀ ਭਾਸ਼ਾਵਾਂ ਦੇ ਵਿੱਚ ਭਗਤੀ ਲਹਿਰ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਤੇ ਇਸ ਦੇ ਚੱਲਦੇ ਜਿਹੜੀ ਖੇਤਰੀ ਭਾਸ਼ਾਵਾਂ ਹੈਗੀਆਂ ਨੇ ਉਹਨਾਂ ਦੇ ਵਿਕਾਸ ਹੋਰ ਵੀ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਅੱਗੇ ਆਪਾਂ ਦੇਖਾਂਗੇ ਦੱਖਣ ਭਾਰਤ ਦੇ ਬਾਰੇ ਵਿੱਚ। ਚੌਲ ਸ਼ਾਸਕਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਰਾਜਕਾਲ ਦੇ ਦੌਰਾਨ ਦੱਖਣ ਭਾਰਤ ਦੇ ਵਿੱਚ ਸੰਸਕ੍ਰਿਤ, ਤਾਮਿਲ, ਤੇਲਗੂ ਤੇ ਕੰਨੜ ਭਾਸ਼ਾਵਾਂ ਦਾ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈਗਾ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਹੈ ਉਸ ਟਾਈਮ 'ਤੇ ਜਿਹੜੀਆਂ ਸਾਹਿਤਕ ਅਤੇ ਜਿਹੜੀਆਂ ਧਾਰਮਿਕ ਰਚਨਾਵਾਂ ਜਿੰਨੀਆਂ ਵੀ ਸੀਗੀਆਂ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀਤੀਆਂ ਗਈਆਂ ਸੀ। ਸੰਸਕ੍ਰਿਤ ਭਾਸ਼ਾ ਦੀ ਜਿਹੜੀ ਰਮਾਇਣ ਲਿਖੀ ਗਈ ਹੈਗੀ ਹੈ ਉਸ ਦਾ ਤਮਿਲ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਗਿਆ ਸੀਗਾ। ਤਮਿਲ ਰਾਈਟਰ ਸੀਗੇ ਕੰਬਨ, ਉਹਨਾਂ ਦੇ ਦੁਆਰਾ। ਅੱਗੇ ਆਪਾਂ ਗੱਲ ਕਰਾਂਗੇ ਦਿੱਲੀ ਸਲਤਨਤ ਦੇ ਬਾਰੇ ਵਿੱਚ, ਜਿਹੜੀ ਕਿ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਹੈਗੀ ਹੈ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਿਹੜੀ ਭਗਤੀ ਲਹਿਰ ਹੈਗੀ ਹੈ ਦਿੱਲੀ ਸਲਤਨਤ ਕਾਲ ਦੇ ਟਾਈਮ 'ਤੇ ਆਪਾਂ ਨੂੰ ਦੇਖਣ ਮਿਲਦੀ ਹੈਗੀ ਹੈ। ਇਸ ਟਾਈਮ 'ਤੇ ਹਿੰਦੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ, ਪੰਜਾਬੀ ਅਤੇ ਕੰਨੜ ਭਾਸ਼ਾ ਜਿਹੜੀਆਂ ਹੈਗੀਆਂ ਨੇ, ਜਿੰਨੀਆਂ ਵੀ ਖੇਤਰੀ ਭਾਸ਼ਾਵਾਂ ਸੀ, ਇਹਨਾਂ ਦਾ ਵਿਕਾਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਇਸ ਤੋਂ ਇਲਾਵਾ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਜਿਹੜੀਆਂ ਕਿ ਸੰਸਕ੍ਰਿਤ ਭਾਸ਼ਾ ਵਿੱਚ ਲਿਖੀਆਂ ਗਈਆਂ ਸੀ ਉਹਨਾਂ ਦਾ ਖੇਤਰੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਹੈਗਾ ਜਾਂ ਆਪਾਂ ਜਿਸ ਨੂੰ ਟਰਾਂਸਲੇਸ਼ਨ ਬੋਲਦੇ ਹੈਗੇ ਆ। ਟਰਾਂਸਲੇਟ ਭਾਸ਼ਾਵਾਂ ਦੇ ਖੇਤਰੀ ਭਾਸ਼ਾਵਾਂ ਦੇ ਵਿੱਚ ਕੀਤਾ ਗਿਆ ਸੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ ਜਿੰਨੀਆਂ ਵੀ ਪੁਸਤਕਾਂ ਹੈਗੀਆਂ ਨੇ ਉਹਨਾਂ ਨੂੰ। ਇਸ ਦੇ ਨਾਲ ਹੀ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਸਮਾਂ ਬੀਤਣ ਦੇ ਨਾਲ ਨਾਲ ਅੱਗੇ ਚੱਲ ਕੇ ਜਿਹੜੀ ਹਿੰਦੀ ਅਤੇ ਫਾਰਸੀ ਭਾਸ਼ਾ ਹੈਗੀ ਹੈ ਇਹਨਾਂ ਨੂੰ ਮਿਕਸ ਕਰਕੇ ਇੱਕ ਭਾਸ਼ਾ ਦਾ ਵਿਕਾਸ ਹੁੰਦਾ ਹੈਗਾ ਜਿਸ ਨੂੰ ਉਰਦੂ ਭਾਸ਼ਾ ਬੋਲਿਆ ਜਾਂਦਾ ਹੈਗਾ ਤੇ ਇਸ ਦਾ ਵਿਕਾਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਟਾਈਮ ਪਾ ਕੇ। ਵਿਜੇਨਗਰ ਰਾਜ ਦੇ ਸ਼ਾਸਨ ਕਾਲ ਦੇ ਦੌਰਾਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ 'ਤੇ ਸੰਸਕ੍ਰਿਤ ਭਾਸ਼ਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ। ਅੱਗੇ ਆਪਾਂ ਗੱਲ ਕਰਾਂਗੇ ਮੁਗਲ ਕਾਲ ਦੇ ਦੌਰਾਨ ਜਿੰਨੀਆਂ ਵੀ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈਗਾ ਮੁਗਲ ਕਾਲ ਦੀ ਜੇਕਰ ਆਪਾਂ ਗੱਲ ਕਰੀਏ 1526 ਤੋਂ 1707 ਈਸਵੀ ਤੱਕ ਦੀ ਆਪਾਂ ਗੱਲ ਕਰਨੀ ਹੈਗੀ ਹੈ, ਬਾਬਰ ਤੋਂ ਲੈ ਕੇ ਔਰੰਗਜ਼ੇਬ ਦੇ ਟਾਈਮ ਦੀ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਫਾਰਸੀ ਭਾਸ਼ਾ ਜਿਹੜੀ ਹੈਗੀ ਉਹ ਇਸ ਦਾ ਯੋਗ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਫਾਰਸੀ ਭਾਸ਼ਾ ਦਾ, ਕਿਉਂਕਿ ਜਿੰਨੀ ਵੀ ਕੰਮ ਕਾਜ ਸੀਗੇ ਜਿਹੜੇ ਮੁਗਲ ਕਾਲ ਦੇ ਦੌਰਾਨ ਇਹ ਸਾਰੇ ਦੇ ਸਾਰੇ ਫਾਰਸੀ ਭਾਸ਼ਾ ਦੇ ਵਿੱਚ ਕੀਤੇ ਜਾਂਦੇ ਸੀ, ਜਾਂ ਆਪਾਂ ਇਸ ਨੂੰ ਸਰਕਾਰੀ ਭਾਸ਼ਾ ਵੀ ਬੋਲ ਸਕਦੇ ਹੈਗੇ ਆ। ਇਸੇ ਦੇ ਚੱਲਦੇ ਜਿਹੜੇ ਪੰਜਾਬ ਦੇ ਵਿੱਚ ਵੀ ਫਾਰਸੀ ਭਾਸ਼ਾ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਕਬਰ ਬਾਦਸ਼ਾਹ ਨੇ ਜਿਹੜੀ ਰਮਾਇਣ ਹੈਗੀ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਗਈ ਸੀ। ਇਸ ਤੋਂ ਇਲਾਵਾ ਜਿਹੜਾ ਮਹਾਭਾਰਤ ਹੈਗਾ ਇਹ ਵੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਸੀ, ਇਸ ਦਾ ਅਨੁਵਾਦ ਕਰਵਾਇਆ ਸੀਗਾ ਫਾਰਸੀ ਭਾਸ਼ਾ ਦੇ ਵਿੱਚ। ਇਸ ਤੋਂ ਇਲਾਵਾ ਮੁਗਲ ਕਾਲ ਦੇ ਦੌਰਾਨ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਇਹਦਾ ਵੀ ਵਿਕਾਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਹਿੰਦੀ ਭਾਸ਼ਾ ਦਾ ਵੀ ਮਹੱਤਵਪੂਰਨ ਯੋਗਦਾਨ ਸੀਗਾ ਉਸ ਟਾਈਮ 'ਤੇ, ਇਸ ਦਾ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ। ਇਸ ਤੋਂ ਇਲਾਵਾ ਜਿਹੜੀ ਉਰਦੂ ਭਾਸ਼ਾ ਹੈਗੀ ਹੈ ਇਸ ਦਾ ਵਿਕਾਸ ਵੀ ਇਸ ਟਾਈਮ 'ਤੇ ਹੀ ਸ਼ੁਰੂ ਹੋਇਆ ਸੀ, ਜਿਹੜੀ ਕਿ ਫਾਰਸੀ ਅਤੇ ਹਿੰਦੀ ਭਾਸ਼ਾ ਨੂੰ ਮਿਕਸ ਕਰਕੇ ਬਣੀ ਸੀਗੀ। ਅੱਗੇ ਆਪਾਂ ਗੱਲ ਕਰਾਂਗੇ ਸਾਹਿਤ ਦੇ ਬਾਰੇ ਵਿੱਚ। ਜੇ ਸਾਹਿਤ ਦੀ ਗੱਲ ਕਰਨੀ ਹੈਗੀ ਆਪਾਂ ਉੱਤਰੀ ਭਾਰਤ ਦੇ ਵਿੱਚ ਜਾਂ ਫਿਰ ਦੱਖਣੀ ਭਾਰਤ ਦੇ ਵਿੱਚ, ਇਹ ਵੀ ਆਪਾਂ ਜਿਹੜੀ 800 ਤੋਂ 1200 ਈਸਵੀ ਤੱਕ ਪਹਿਲਾਂ ਇਹਦੇ ਵਿੱਚ ਗੱਲ ਕਰਾਂਗੇ। ਤੇ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਰਾਜਪੂਤ ਸ਼ਾਸਕ ਹੈਗੇ ਨੇ ਉਹਨਾਂ ਦੇ ਸ਼ਾਸਨ ਕਾਲ ਦੇ ਦੌਰਾਨ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈਗਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਾਸਕ ਨੇ ਇਹਨਾਂ ਨੇ ਸਰਪ੍ਰਸਤੀ ਦਿੱਤੀ ਸੀਗੀ ਉਹਨਾਂ ਵਿਦਵਾਨਾਂ ਨੂੰ ਜਿਨ੍ਹਾਂ ਨੇ ਸਾਹਿਤ ਦੀ ਰਚਨਾ ਕੀਤੀ ਸੀ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਦ ਬਰਦਾਈ ਦੇ ਬਾਰੇ ਵਿੱਚ, ਜਿਨ੍ਹਾਂ ਨੇ ਪ੍ਰਿਥਵੀ ਰਾਜ ਰਾਸੋ ਦੀ ਰਚਨਾ ਕੀਤੀ ਸੀ। ਇਹ ਗ੍ਰੰਥ ਜਿਹੜਾ ਹੈਗਾ ਇਹ ਪ੍ਰਿਥਵੀ ਰਾਜ ਚੌਹਾਨ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈਗਾ ਜਾਂ ਫਿਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜਿੰਨੀ ਵੀ ਲਾਈਫ ਜਾਂ ਫਿਰ ਉਹਨਾਂ ਦਾ ਜਿਹੜਾ ਸ਼ਾਸਨ ਕਾਲ ਹੈਗਾ ਉਹਦੇ ਬਾਰੇ ਵਿੱਚ ਇਹਦੇ ਵਿੱਚ ਵਿਸਥਾਰ ਨਾਲ ਦਿੱਤਾ ਗਿਆ ਹੈਗਾ ਅੱਗੇ ਆਪਾਂ ਦੇਖਦੇ ਹੈਗੇ ਆ ਬੰਗਾਲ ਦੇ ਜਿਹੜੇ ਰਾਜ ਕਵੀ ਨੇ ਜੈਦੇਵ, ਉਹਨਾਂ ਦੇ ਦੁਆਰਾ ਗੀਤ ਗੋਬਿੰਦ ਦੀ ਰਚਨਾ ਕੀਤੀ ਗਈ ਸੀ। ਇਸ ਦੇ ਵਿੱਚ ਗੋਬਿੰਦ ਸ਼ਬਦ ਜਿਹੜਾ ਹੈਗਾ ਉਹ ਕ੍ਰਿਸ਼ਨ ਦੇ ਲਈ ਵਰਤਿਆ ਗਿਆ ਹੈਗਾ ਇਸ ਪੁਸਤਕ ਦੇ ਵਿੱਚ ਜਿਹੜਾ ਕ੍ਰਿਸ਼ਨ ਤੇ ਰਾਧਾ ਦੇ ਪਿਆਰ ਦਾ ਵਰਣਨ ਕੀਤਾ ਗਿਆ ਹੈਗਾ ਅੱਗੇ ਆਪਾਂ ਗੱਲ ਕਰਾਂਗੇ ਕਲਹਨ ਦੀ ਜਿਹੜੀ ਰਚਨਾ ਹੈਗੀ ਹੈ ਰਾਜ ਤਿਰੰਗਣੀ, ਜਿਹੜੀ ਕਿ ਕਸ਼ਮੀਰ ਦਾ ਇਤਿਹਾਸ ਹੈਗਾ ਇਹਦੇ ਬਾਰੇ ਵਿੱਚ ਵੀ ਇਸ ਦੀ ਰਚਨਾ ਵੀ ਇਸੇ ਟਾਈਮ ਪੀਰੀਅਡ 'ਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਅੱਗੇ ਆਪਾਂ ਦੇਖਾਂਗੇ ਬਿਲਹਨ ਦੇ ਬਾਰੇ ਵਿੱਚ। ਬਿਲਹਨ ਨੇ ਵਿਕਰਮੰਕ ਦੇਵਚਰਿਤ ਨਾਂ ਦੀ ਪੁਸਤਕ ਦੀ ਰਚਨਾ ਕੀਤੀ ਹੈਗੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪੁਸਤਕ ਦੀ ਜਿਹੜੀ ਇਹ ਵਿਕਰਮਾਦਿੱਤਿਆ ਛੇਵੇਂ ਦੇ ਜੀਵਨ ਨਾਲ ਸੰਬੰਧਿਤ ਹੈਗੀ ਹੈ, ਜਾਂ ਫਿਰ ਆਪਾਂ ਗੱਲ ਕਰੀਏ ਉਹਦੇ ਜੀਵਨ ਦੇ ਬਾਰੇ ਵਿੱਚ ਇਹਦੇ ਵਿੱਚ ਵਰਣਨ ਕੀਤਾ ਗਿਆ ਹੈਗਾ ਇਹ ਜਿਹੜਾ ਵਿਕਰਮਾਦਿੱਤਿਆ ਛੇਵਾਂ ਹੈਗੇ ਨੇ ਇਹ ਚੌਲ ਰਾਜਾ ਸੀਗਾ। ਅੱਗੇ ਆਪਾਂ ਦੇਖਾਂਗੇ ਕਥਾ ਸ੍ਰਿਤ ਸਾਗਰ ਦੀ ਰਚਨਾ ਵੀ ਜਿਹੜੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀਆਂ ਕਹਾਣੀਆਂ ਦਾ ਸੰਗ੍ਰਹਿ ਹੈਗੀ ਹੈ ਇਹ ਪੁਸਤਕ। ਅੱਗੇ ਆਪਾਂ ਗੱਲ ਕਰਾਂਗੇ ਦੱਖਣ ਭਾਰਤ ਦੇ ਵਿੱਚ ਸਾਹਿਤ ਦਾ ਵਿਕਾਸ 800 ਤੋਂ 1200 ਈਸਵੀ। ਇਸ ਟਾਈਮ ਦੇ ਵਿੱਚ ਜਿਹੜਾ ਚੌਲ ਸ਼ਾਸਕਾਂ ਦਾ ਸ਼ਾਸਨ ਸੀਗਾ ਅਤੇ ਇਹਨਾਂ ਦੇ ਟਾਈਮ 'ਤੇ ਜਿਹੜੀ
ਸਾਹਿਤ ਦੀ ਬਹੁਤ ਜ਼ਿਆਦਾ ਉੱਨਤੀ ਹੁੰਦੀ ਹੈਗੀ ਹੈ ਅਤੇ ਬਹੁਤ ਸਾਰਾ ਜਿਹੜਾ ਸਾਹਿਤ ਹੈਗਾ ਹੈ ਉਹ ਜਿਹੜੀਆਂ ਖੇਤਰੀ ਭਾਸ਼ਾਵਾਂ ਸੀ ਜਿਨ੍ਹਾਂ ਵਿੱਚ ਤਾਮਿਲ, ਤੇਲਗੂ ਤੇ ਕੰਨੜ ਹੈਗੀਆਂ ਨੇ, ਇਹਨਾਂ ਦੇ ਵਿੱਚ ਇਹਨਾਂ ਦੀ ਰਚਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਜਿਹੜਾ ਕੰਬਨ ਨਾਮਕ ਰਾਈਟਰ ਹੈਗਾ ਇਹਦੇ ਦੁਆਰਾ ਤਾਮਿਲ ਭਾਸ਼ਾ ਦੇ ਵਿੱਚ ਜਿਹੜੀ ਰਮਾਇਣ ਹੈਗੀ ਹੈ ਉਸ ਦੀ ਰਚਨਾ ਕੀਤੀ ਗਈ ਸੀ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਸਿੱਧ ਉਦਾਹਰਣ ਹੈਗੀ ਹੈ ਉਸ ਟਾਈਮ 'ਤੇ ਜਿਹੜੇ ਸਾਹਿਤ ਦੇ ਵਿੱਚ ਜਿਹੜੀਆਂ ਮਹਾਨ ਪੁਸਤਕਾਂ ਹੈਗੀਆਂ ਨੇ ਉਹਨਾਂ ਦੇ ਵਿੱਚੋਂ। ਕੰਨੜ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਸੀ ਅਤੇ ਮਹਾਭਾਰਤ ਦਾ ਸੰਸਕ੍ਰਿਤ ਭਾਸ਼ਾ ਤੋਂ ਤੇਲਗੂ ਭਾਸ਼ਾ ਦੇ ਵਿੱਚ ਵੀ ਅਨੁਵਾਦ ਕੀਤਾ ਗਿਆ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਦਿੱਲੀ ਸੁਲਤਾਨਾ ਅਧੀਨ ਸਾਹਿਤ ਦਾ ਵਿਕਾਸ 1206 ਤੋਂ 1526 ਈਸਵੀ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ ਕਿ ਦਿੱਲੀ ਸੁਲਤਾਨਾ ਦੇ ਰਾਜਕਾਲ ਦੇ ਵਿੱਚ ਜਿਹੜੀ ਫਾਰਸੀ ਹੈਗੀ ਉਹ ਰਾਜ ਭਾਸ਼ਾ ਸੀਗੀ ਅਤੇ ਇਸੇ ਟਾਈਮ ਦੇ ਦੌਰਾਨ ਭਾਰਤ ਦੇ ਵਿੱਚ ਬਹੁਤ ਸਾਰਾ ਜਿਹੜਾ ਸਾਹਿਤ ਲਿਖਿਆ ਗਿਆ ਇਸੇ ਭਾਸ਼ਾ ਦੇ ਵਿੱਚ। ਅਮੀਰ ਖੁਸਰੋ ਅਤੇ ਅਮੀਰ ਹੁਸੈਨ ਦਹਿਲਵੀ ਦੇ ਬਾਰੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹ ਵੀ ਫਾਰਸੀ ਕਵੀ ਨੇ ਅਤੇ ਇਹਨਾਂ ਨੇ ਵੀ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ ਸੀਗੀਆਂ, ਜਾਂ ਫਿਰ ਆਪਾਂ ਕਹੀਏ ਕਿ ਇਹਨਾਂ ਦੇ ਦੁਆਰਾ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਗਈ ਸੀ। ਇਸ ਭਾਸ਼ਾ ਦੇ ਵਿੱਚ ਹੀ ਲੀਆ ਬਰਨੀ ਜਾਂ ਫਿਰ ਮਿਨਹਾਸ ਉਸ ਸਿਰਾਜ ਜਿਹੜੇ ਹੈਗੇ ਨੇ ਉਹਨਾਂ ਦੇ ਦੁਆਰਾ ਬਹੁਤ ਸਾਰੇ ਜਿਹੜਾ ਇਤਿਹਾਸ ਦੀ ਰਚਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਇਬਨ ਬਤੂਤਾ ਜਿਹੜਾ ਹੈਗੇ ਨੇ ਉਹ ਵਿਦੇਸ਼ੀ ਯਾਤਰੀ ਸੀ, ਜਿਨ੍ਹਾਂ ਵੀ ਰਾਜਾਂ ਦੀ ਉਹਨਾਂ ਦੇ ਦੁਆਰਾ ਯਾਤਰਾ ਕੀਤੀ ਗਈ ਸੀ ਉੱਥੋਂ ਦੀਆਂ ਮੁੱਖ ਜਿਹੜੀਆਂ ਰਾਜਨੀਤਿਕ ਘਟਨਾਵਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਵਿੱਚ ਜਾਂ ਫਿਰ ਲੋਕਾਂ ਦੇ ਜੀਵਨ ਦੇ ਬਾਰੇ ਵਿੱਚ ਉਹਨਾਂ ਨੇ ਕਾਫੀ ਕੁਝ ਲਿਖਿਆ ਹੈਗਾ ਹੈ। ਦਿੱਲੀ ਸਲਤਨਤ ਦੇ ਟਾਈਮ 'ਤੇ ਹੀ ਰਾਮਾਨੁਜ ਤੇ ਜੈਦੇਵ ਵੀ ਇਸ ਟਾਈਮ ਦੇ ਜਿਹੜੇ ਪ੍ਰਸਿੱਧ ਲੇਖਕ ਸੀਗੇ, ਜਿਹੜੇ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਨਾਂ ਦੇ ਦੁਆਰਾ ਆਪਣੀਆਂ ਰਚਨਾਵਾਂ ਲਿਖੀਆਂ ਗਈਆਂ ਸੀਗੀਆਂ। ਇਸ ਤੋਂ ਇਲਾਵਾ ਜਿਹੜੀਆਂ ਸੰਸਕ੍ਰਿਤ ਦੀਆਂ ਬਹੁਤ ਸਾਰੀਆਂ ਰਚਨਾਵਾਂ ਹੈਗੀਆਂ ਨੇ ਜਿਨ੍ਹਾਂ ਦਾ ਖੇਤਰੀ ਭਾਸ਼ਾਵਾਂ ਦੇ ਨਾਲ ਨਾਲ ਫਾਰਸੀ ਤੇ ਅਰਬੀ ਭਾਸ਼ਾ ਦੇ ਵਿੱਚ ਵੀ ਅਨੁਵਾਦ ਕੀਤਾ ਗਿਆ ਸੀ। ਅਮੀਰ ਖੁਸਰੋ ਨੇ ਫਾਰਸੀ ਭਾਸ਼ਾ ਦੇ ਵਿੱਚ ਤਾਂ ਰਚਨਾਵਾਂ ਕੀਤੀਆਂ ਹੀ ਸੀਗੀਆਂ, ਨਾਲ ਦੀ ਨਾਲ ਉਹਨਾਂ ਦੇ ਦੁਆਰਾ ਹਿੰਦੀ ਭਾਸ਼ਾ ਦੇ ਵਿੱਚ ਵੀ ਜਿਹੜੇ ਲੇਖ ਲਿਖੇ ਗਏ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਹਿੰਦੀ ਲੇਖਕ ਵੀ ਸੀਗੇ। ਭਾਸ਼ਾਵਾਂ ਦੇ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਵਿਜੇਨਗਰ ਸ਼ਾਸਨ ਕਾਲ ਦੇ ਦੌਰਾਨ ਵੀ ਜਿਹੜੀਆਂ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਸਾਹਿਤ ਦੀ ਰਚਨਾ ਕੀਤੀ ਗਈ ਸੀਗੀ, ਅਤੇ ਇਹ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਇਸ ਟਾਈਮ 'ਤੇ ਵੀ ਇਹਨਾਂ ਸ਼ਾਸਕਾਂ ਦੇ ਦੁਆਰਾ ਬਹੁਤੀਆਂ ਭਾਸ਼ਾਵਾਂ ਨੂੰ ਸਰਪ੍ਰਸਤੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਹਾਂ ਕਿ ਕ੍ਰਿਸ਼ਨ ਦੇਵ ਰਾਏ ਜਿਹੜੇ ਨੇ ਉਹਨਾਂ ਨੇ ਸੰਸਕ੍ਰਿਤ ਤੇ ਤੇਲਗੂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ ਸੀਗੀਆਂ, ਅਤੇ ਆਪਾਂ ਕਹਿ ਸਕਦੇ ਹੈਗੇ ਕਿ ਉਹ ਪ੍ਰਸਿੱਧ ਕਵੀ ਸੀ। ਅਲਮੁਕਤਾ ਮਾਲਦਾ ਜਿਹੜੀ ਹੈਗੀ ਹੈ ਇਹ ਕ੍ਰਿਸ਼ਨ ਦੇਵ ਰਾਏ ਦੀ ਇੱਕ ਰਚਨਾ ਸੀਗੀ, ਜਿਹੜੀ ਕਿ ਤੇਲਗੂ ਭਾਸ਼ਾ ਦੇ ਵਿੱਚ ਜਿਸ ਦੀ ਰਚਨਾ ਕੀਤੀ ਗਈ ਸੀ, ਅਤੇ ਇੱਕ ਕਵਿਤਾਵਾਂ ਦਾ ਸੰਗ੍ਰਹਿ ਸੀ ਇਹ ਪੁਸਤਕ। ਅੱਗੇ ਆਪਾਂ ਗੱਲ ਕਰਾਂਗੇ ਮੁਗਲ ਸ਼ਾਸਕਾਂ ਅਧੀਨ ਸਾਹਿਤ ਦਾ ਵਿਕਾਸ 1526 ਤੋਂ 1707 ਈਸਵੀ। ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ ਕਿ ਜਿਹੜੇ ਮੁਗਲ ਸ਼ਾਸਕ ਹੈਗੇ ਨੇ ਉਹ ਮਹਾਨ ਵਿਦਵਾਨ ਸੀਗੇ ਜਿਨ੍ਹਾਂ ਦੇ ਦੁਆਰਾ ਕਾਫੀ ਰਚਨਾਵਾਂ ਕੀਤੀਆਂ ਗਈਆਂ ਸੀ। ਜੇਕਰ ਆਪਾਂ ਬਾਬਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਦੁਆਰਾ ਆਪਣੇ ਜੀਵਨ ਨਾਲ ਸੰਬੰਧਿਤ ਬਾਬਰਨਾਮਾ ਪੁਸਤਕ ਲਿਖੀ ਗਈ ਸੀ, ਜਿਸ ਨੂੰ ਤੁਝ ਕੇ ਬਾਬਰੀ ਵੀ ਬੋਲਿਆ ਜਾਂਦਾ ਸੀਗਾ। ਇਹ ਉਹਨਾਂ ਦੀ ਆਤਮ ਕਥਾ ਸੀਗੀ ਅਤੇ ਇਸ ਦੀ ਰਚਨਾ ਜਿਹੜੀ ਹੈਗੀ ਉਹ ਤੁਰਕੀ ਭਾਸ਼ਾ ਦੇ ਵਿੱਚ ਕੀਤੀ ਗਈ ਸੀ। ਅਤੇ ਅਕਬਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਟਾਈਮ 'ਤੇ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈਗਾ ਇਹ, ਜਾਂ ਫਿਰ ਆਪਾਂ ਕਹੀਏ ਕਿ ਅਕਬਰ ਦੁਆਰਾ ਸਾਹਿਤ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਕੀਤਾ ਗਿਆ ਸੀਗਾ। ਇਸ ਤੋਂ ਅੱਗੇ ਆਪਾਂ ਦੇਖਾਂਗੇ ਸ਼ੇਖ ਮੁਬਾਰਕ, ਅਬੁਲ ਫਜ਼ਲ ਤੇ ਫੈਜ਼ੀ ਜਿਹੜੇ ਹੈਗੇ ਨੇ ਉਹ ਵੀ ਮਹਾਨ ਸ਼ਾਸਕ ਸੀਗੇ। ਜੇਕਰ ਆਪਾਂ ਗੱਲ ਕਰੀਏ ਅਬੁਲ ਫਜ਼ਲ ਤੇ ਫੈਜ਼ੀ ਜਿਹੜੇ ਨੇ ਉਹ ਦੋ ਸਕੇ ਭਰਾ ਸੀ, ਅਤੇ ਇਸ ਤੋਂ ਇਲਾਵਾ ਜਿਹੜੇ ਮੁਬਾਰਕ ਹੈਗੇ ਨੇ ਸ਼ੇਖ ਮੁਬਾਰਕ ਇਹਨਾਂ ਦੇ ਫਾਦਰ ਸਾਹਿਬ ਸੀਗੇ ਅਬੁਲ ਫਜ਼ਲ ਤੇ ਫੈਜ਼ੀ ਦੇ। ਅਬੁਲ ਫਜ਼ਲ ਨੇ ਹੀ ਜਿਹੜਾ ਆਇਨੇ ਅਕਬਰੀ ਜਾਂ ਫਿਰ ਜਿਸ ਨੂੰ ਅਕਬਰਨਾਮਾ ਬੋਲਿਆ ਜਾਂਦਾ ਹੈਗਾ ਇਹ ਪੁਸਤਕ ਦੀ ਰਚਨਾ ਕੀਤੀ ਸੀਗੀ, ਅਤੇ ਅਕਬਰ ਬਾਦਸ਼ਾਹ ਨੇ ਰਮਾਇਣ, ਮਹਾਭਾਰਤ, ਰਾਜ ਤਿਰੰਗਣੀ, ਪੰਚਤੰਤਰ ਜਿਹੜੀਆਂ ਹੈਗੀਆਂ ਨੇ ਸੰਸਕ੍ਰਿਤ ਭਾਸ਼ਾ ਦੀਆਂ ਰਚਨਾਵਾਂ ਸੀਗੀਆਂ, ਇਹਨਾਂ ਦਾ ਫਾਰਸੀ ਭਾਸ਼ਾ ਦੇ ਵਿੱਚ ਅਨੁਵਾਦ ਕਰਵਾਇਆ ਸੀਗਾ। ਇਸ ਤੋਂ ਇਲਾਵਾ ਜਿਹੜਾ ਜਹਾਂਗੀਰ ਬਾਦਸ਼ਾਹ ਹੈਗਾ ਹੈ ਉਹ ਵੀ ਤੁਰਕਸ਼, ਹਿੰਦੀ ਤੇ ਫਾਰਸੀ ਭਾਸ਼ਾਵਾਂ ਦਾ ਮਹਾਨ ਵਿਦਵਾਨ ਸੀਗਾ। ਉਹਨਾਂ ਨੇ ਤੁਜ਼ਕੇ ਜਹਾਂਗੀਰ ਨਾਂ ਦੀ ਪੁਸਤਕ ਦੀ ਰਚਨਾ ਕੀਤੀ ਕਿ ਜਿਹੜੀ ਕਿ ਉਹਨਾਂ ਦੀ ਆਪਣੀ ਹੀ ਆਤਮ ਕਥਾ ਸੀਗੀ। ਉਹਨਾਂ ਨੇ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ, ਅਤੇ ਜਿਨ੍ਹਾਂ ਦੇ ਵਿੱਚ ਰਾਏ ਮਨੋਹਰ ਦਾਸ, ਭੀਸ਼ਨ ਦਾਸ, ਕੇਸ਼ਵ ਦਾਸ ਜਿਹੜੇ ਹੈਗੇ ਨੇ ਉਹਨਾਂ ਦੇ ਦਰਬਾਰ ਦੇ ਵਿੱਚ ਰਹਿੰਦੇ ਸੀਗੇ, ਜਾਂ ਆਪਾਂ ਕਹੀਏ ਕਿ ਉਸ ਟਾਈਮ ਦੇ ਪ੍ਰਸਿੱਧ ਹਿੰਦੀ ਲੇਖਕ ਸੀਗੇ। ਜਿਹੜਾ ਸ਼ਾਹਜਹਾਂ ਬਾਦਸ਼ਾਹ ਹੈਗੇ ਉਹ ਸਾਹਿਤ ਦਾ ਪ੍ਰੇਮੀ ਸੀ, ਅਤੇ ਉਹਨਾਂ ਦੇ ਰਾਜਕਾਲ ਦੇ ਵਿੱਚ ਅਬਦੁਲ ਹਮੀਦ ਲਾਹੌਰੀਆ ਨੇ ਪਾਤਸ਼ਾਹਨਾਮਾ ਦੀ, ਅਤੇ ਜਿਹੜੇ ਮੁਹੰਮਦ ਸਦੀਕ ਹੈਗੇ ਨੇ ਉਹਨਾਂ ਦੇ ਦੁਆਰਾ ਸ਼ਾਹਜਹਾਂਨਾਮਾ ਪੁਸਤਕਾਂ ਲਿਖੀਆਂ ਗਈਆਂ ਸੀਗੀਆਂ, ਅਤੇ ਉਹਨਾਂ ਨੇ ਹਿੰਦੀ ਸਾਹਿਤ ਨੂੰ ਵੀ ਸਰਪ੍ਰਸਤੀ ਦਿੱਤੀ ਸੀਗੀ। ਔਰੰਗਜ਼ੇਬ ਦੀ ਜੇਕਰ ਗੱਲ ਕਰੀਏ ਉਹ ਇਸਲਾਮੀ ਕਾਨੂੰਨਾਂ ਦੇ ਆਧਾਰਿਤ ਫਤਵਾ ਆਲਮਗੀਰੀ ਪੁਸਤਕ ਦੀ ਰਚਨਾ ਕੀਤੀ ਗਈ ਸੀਗੀ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ, ਜਾਂ ਆਪਾਂ ਕਹੀਏ ਕਿ ਉਹਨਾਂ ਦੇ ਦੁਆਰਾ ਲਿਖਵਾਈ ਗਈ ਸੀ। ਇਸ ਤੋਂ ਅੱਗੇ ਖਫੀ ਖਾਂ ਜਿਹੜੇ ਹੈਗੇ ਨੇ ਉਹਨਾਂ ਨੇ ਮੁੰਤਖਬ ਉਲ ਲਵਾਬ ਨਾਂ ਦਾ ਜਿਹੜਾ ਪ੍ਰਸਿੱਧ ਇਤਿਹਾਸਕ ਗ੍ਰੰਥ ਹੈਗਾ ਹੈ ਉਸ ਦੀ ਰਚਨਾ ਕੀਤੀ ਸੀਗੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈਗੀ ਹੈ ਖੇਤਰੀ ਸੱਭਿਆਚਾਰ ਦਾ ਵਿਕਾਸ। ਇਸ ਦੇ ਵਿੱਚ ਆਪਾਂ ਦੋ ਟੌਪਿਕ ਕੰਪਲੀਟ ਕੀਤੇ ਹੈਗੇ ਨੇ, ਜਿਸ ਦੇ ਵਿੱਚ ਭਾਸ਼ਾ ਤੇ ਸਾਹਿਤ ਆਉਂਦੇ ਨੇ। ਇਹਨਾਂ ਦੋਵਾਂ ਨੂੰ ਆਪਾਂ ਅੱਜ ਕੰਪਲੀਟ ਕੀਤਾ ਹੈਗਾ ਹੈ। ਚਿੱਤਰਕਲਾ ਤੇ ਜਿਹੜਾ ਸੰਗੀਤ ਹੈਗਾ ਹੈ ਉਹ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਦੇ ਬਾਰੇ ਵਿੱਚ। ਭਾਸ਼ਾ ਤੇ ਸਾਹਿਤ ਨਾਲ ਸੰਬੰਧਿਤ ਜਿੰਨਾ ਵੀ ਆਪਣੇ ਕੋਲ ਮਟੀਰੀਅਲ ਸੀਗਾ ਅੱਜ ਆਪਾਂ ਉਹਦੇ ਬਾਰੇ ਵਿੱਚ ਪੜ੍ਹਿਆ ਹੈਗਾ ਹੈ, ਅਤੇ ਇਸ ਦੇ ਨਾਲ ਹੀ ਜਿਹੜਾ ਭਾਸ਼ਾ ਤੇ ਸਾਹਿਤ ਨਾਲ ਸੰਬੰਧਿਤ ਆਪਣਾ ਚੈਪਟਰ ਜਿਹੜਾ ਹੈਗਾ ਹੈ ਇੱਥੇ ਹੀ ਜਿਹੜਾ ਖਤਮ ਹੁੰਦਾ ਹੈਗਾ ਹੈ, ਅਤੇ ਨਾਲ ਦੀ ਨਾਲ ਜਿਹੜੀ ਅੱਜ ਦੀ ਵੀਡੀਓ ਹੈਗੀ ਹੈ ਵੀ ਸਮਾਪਤ ਹੁੰਦੀ ਹੈਗੀ ਹੈ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਬਹੁਤ ਬਹੁਤ ਧੰਨਵਾਦ।